देखो गल गौरव जी ये है भी अज जो ये वीडियो सामने आई है ये बहुत ही एक सोचण वाला विचारन वाला ते ਇਹਦੇ ਤੇ पूरी इनक्वायरी करने वाला मामला है। जिवें हुण बंटी रमाणा जी दसदे ने भी जां असीं भी साडी भी जानकारी है जी ਇਹ ਜਿਹੜੀ ਹੁਣ चौथी अपनी चार्जशीट दाखिल की ਉਹਦੇ ਨਾਲ ਇਹ आई है। पर मेरे ਇਹਦੇ ਵਿੱਚ कुछ सवाल ने। देखो सब तो पहला जदों यह कोटकपूरा कांड होंदा है इत्थे सब तो पहले जिहड़े कमिशन बनदा सरदार जोरा सिंह दा बनदा है। सरदार जोरा सिंह दे कमिशन नूं पुलिस अपनी कहंदी है रिपोर्ट करदी है भी जिहड़ियां सीसीटीवी कैमरे सीगे तां डैमेज हो गए सीसीटीवी फुटेज ही है नहीं साडे कोले। ये पुलिस ने कहा सरदार जोरा सिंह दे कमिशन नूं जिहड़ा कि जोरा सिंह कमिशन ने अपनी रिपोर्ट च कहा। फिर जोरा सिंह ने सरदार जोरा सिंह ने कोशिश की और जिन्ने SSP जिहड़े 7-8 आए सी उन्हां तों भी तुहाडी पुलिस कोल किन्ने खोल घट गए किन्ने वध गए रौंदां दी गिणती वो किसी ने नहीं दित्ती भी जे सरदार जोरा सिंह दे कमिशन नूं ये गल्लां कईयां गईयां तां कईयां तां उस मौके दी सरकार ने ना उस मौके दी पुलिस ने और जे तत्थ उस टाइम सामने सीगे तां इस तत्थ उस टाइम दी सरकार नूं सामने लियाने चाहीदे सी। जे पुलिस कोई कोताही कर रही सी तां पुलिस नूं ਜਿਹੜਾ ਹੈਗਾ ਇਹਨਾਂ ਨੂੰ ਵਾਰਨ ਕਰਨਾ ਚਾਹੀਦਾ ਸੀ ਭਾਈ ਵੀ ਇਹ ਜਿਹੜੀ ਸੀਸੀਟੀਵੀ ਫੁਟੇਜ ਦਿਓ ਔਰ ਇਹ ਬਕਾਇਦਾ ਤੌਰ ਤੇ ਲਿਖ ਕੇ ਹੈ ਵੀ ਉਹ ਸੀਸੀਟੀਵੀ ਉਹ ਤਾਂ ਜੀ ਐਕਸੀਡੈਂਟ ਹੋ ਗਿਆ ਕੋਈ ਟਰੱਕ ਵੱਜਿਆ ਉਹ ਤਾਂ ਜੀ ਸਾਰੀ ਡਿਸਟਰੋਏ ਹੋ ਗਈ ਫਿਰ ਹੁਣ ਕਿੱਥੋਂ ਆ ਗਈ। ਇਹ ਸਭ ਤੋਂ ਪਹਿਲੀ ਤਾਂ ਗੱਲ ਉਸ ਪੁੱਛਣ ਵਾਲੀ ਗੱਲ ਹੈ ਵੀ ਆਈ ਕਿੱਥੋਂ ਕਿਉਂਕਿ ਪਹਿਲਾਂ ਤਾਂ ਕਹਿ ਦਿੱਤਾ ਗਿਆ ਵੀ ਉਹ ਤਾਂ ਡਿਸਟਰੋਏ ਹੋ ਗਈਆਂ ਜਿਹੜੀਆਂ ਸੀਸੀਟੀਵੀ ਫੁਟੇਜ ਨੇ। ਇਸ ਕਰਕੇ ਔਰ ਅਗਲੀ ਗੱਲ ਜਿਹੜੀ ਅੱਜ ਕਿਸੇ ਜਿਹੜੀ ਆਪਾਂ ਕਹਿ ਰਹੇ ਨਾ ਇਹ ਮੇਰੀ ਬਿਲਕੁਲ ਤੁਸੀਂ ਗੱਲ ਕਹੀ 5 ਸਾਲ ਦੇ ਵਿੱਚ ਜਿਹੜੀ ਸਾਡੀ ਸਰਕਾਰ ਦੇ ਵਿੱਚ ਸੀ ਕੁੰਵਰ ਵਿਜੇ ਪ੍ਰਤਾਪ ਜੀ ਨੇ ਇਹਦੇ ਤੇ ਉਹ ਕੀਤੀ SIT ਕੀਤੀ ਔਰ ਉਹਨਾਂ ਨੇ ਔਰ ਮੈਂ ਕਹਿੰਦਾ ਉਹਨਾਂ ਦੀ ਅਣਗਹਿਲੀ ਕਾਰਨ ਔਰ ਸਾਡੀ ਵੀ ਅਣਗਹਿਲੀ ਸੀ। ਸਾਡੇ ਉਸ ਟਾਈਮ ਦੇ ਮੁੱਖ ਮੰਤਰੀ ਸਾਹਿਬ ਦੀ ਸਾਡੇ ਹੋਮ ਮਿਨਿਸਟਰ ਸੀਗੇ ਉਹਨਾਂ ਨੇ ਉਹਨੂੰ ਪੋਲੀਟੀਕਲ ਜਿਹੜੀ ਉਹਦੇ ਤੇ ਸੁਪਰਵਿਜ਼ਨ ਕਰਨੀ ਸੀ ਨਹੀਂ ਕੀਤੀ ਉਹਨਾਂ ਨੂੰ ਖੁੱਲੀ ਛੁੱਟੀ ਦੇਤੀ ਔਰ ਉਹਨਾਂ ਨੇ ਆਪਦੇ ਨਾਲ 2 ਕਲੀਗਸ ਨੂੰ ਵੀ ਕੈਰੀ ਨਹੀਂ ਕੀਤਾ ਔਰ ਉਹਨਾਂ ਨੂੰ ਬਹੁਤ ਵਧੀਆ ਵਕੀਲ ਦਿੱਤੇ ਗਏ ਮਿਸਟਰ ਖੋਸਲਾ ਵਰਗੇ ਜਿਨ੍ਹਾਂ ਨੂੰ ਕੋਈ ਬਾਅਦ ਚ ਉਹਨਾਂ ਨੇ ਭੰਡਤਾ ਜਿਹਦਾ ਮਾਰੇ ਸੀਗੇ। ਦੇਖੋ ਗੱਲ ਅਸਲ ਇਹ ਹੈ ਵੀ ਇਹ ਜਿਹੜਾ ਅੱਜ ਮਾਮਲਾ ਹੈ ਇਹ ਕਲੀਨ ਚਿੱਟਾਂ ਲੈਣ ਵਾਸਤੇ ਨਹੀਂ ਇਹ ਬਹੁਤ ਵੱਡਾ ਮਾਮਲਾ ਹੈ ਔਰ ਇਹ ਮਤਲਬ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਜੋ ਇਸ ਦੇ ਵਿੱਚ ਜ਼ਿਕਰ ਕਰ ਰਿਹਾ ਹੈ एक क्लीन चिट वाली टोन सा है। रमाणा जी बेशक कह रहे हैं कि क्लीन चिट नहीं लेना है पर जिक्र तो वही हो रहा है तो लगता है कि उस तरीके नाल है कुछ कमाली अकाली दल क्लीन चिट किवें ले लो पहला अकाली दल दी सरकार वेले तां कहंदे डिस्ट्रॉय हो गईयां है सीसीटीवी फुटेज हुण कित्थों आईयां ਜਦੋਂ ਉਦੋਂ ਕਿਉਂ ਕਹਿੰਦੇ ਰਹੇ ਇਹਨਾਂ ਦੇ ਆਪ ਦੇ ਕਮਿਸ਼ਨ ਦੀ ਇਹਨਾਂ ਨੇ ਰਿਪੋਰਟ ਨਹੀਂ ਲਈ ਆਪ ਦਾ ਕਮਿਸ਼ਨ ਬਣਾਇਆ ਹੋਇਆ ਉਹਨੂੰ ਇਹਨਾਂ ਨੇ ਕਿਹਾ ਉਹਦੀ ਰਿਪੋਰਟ ਵੀ ਇਹਨਾਂ ਨੇ ਅਸੈਂਬਲੀ 'ਚ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ। ਦੇਖੋ ਇਸ ਕਰਕੇ ਇਹ ਅਸੀਂ ਕਹਿਣਾ ਉਸ ਟਾਈਮ ਕਿਹਨੂੰ ਬਚਾ ਰਿਹਾ ਸੀ ਅਕਾਲੀ ਦਲ। ਚਲੋ ਮੈਂ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗਾ ਪਹਿਲਾਂ ਸੰਗੇੜਾ ਸਭ ਕੁਝ ਕਹਿ ਰਿਹਾ ਮੈਨੂੰ ਪੂਰੀ ਨਹੀਂ ਗੱਲ ਕਰਨ ਦਿੱਤੀ ਪਹਿਲਾਂ ਵੀ ਮੈਂ ਤਾਂ ਇਹ ਕਹਿਣਾ ਪੁਲਿਸ ਦਾ ਇੱਕ ਵੀ ਵੈਪਨ ਸਨੈਚ ਹੋ ਜਵੇ ਉਹਦੀ ਇਨਕੁਆਇਰੀ ਹੁੰਦੀ ਆ ਧੁਰ ਤੱਕ ਜਾਂਦੇ ਆ ਜਾਂ ਕੋਈ ਪੁਲਿਸ ਕਰਮੀ ਜ਼ਖਮੀ ਹੋ ਜਵੇ ਧੁਰ ਤੱਕ ਜਾਂਦੀ ਆ ਗੱਲ ਔਰ ਬਹੁਤ ਛੇਤੀ ਉਹਦੀ ਰਿਕਵਰੀ ਹੋ ਜਾਂਦੀ ਸਾਰਾ ਕੁਝ ਹੀ ਹੋ ਜਾਂਦਾ ਆ। ਇਹ ਦੱਸਣਗੇ ਵੀ SLR ਜਿਹੜੀ ਆ ਜਦੋਂ ਖੋਈ ਗਈ ਆ ਕਿਹੜੇ ਪੁਲਿਸ ਕਰਮਚਾਰੀ ਤੇ ਐਕਸ਼ਨ ਲਿਆ ਵੀ ਤੇਰੇ ਕੋਲੋਂ ਕਿੱਦਾਂ ਲੱਗਿਆ ਖੋ ਕੇ ਬਈ ਜਾਂ ਜਿਨ੍ਹਾਂ ਨੇ ਖੋਹੀ ਆ ਉਹ ਕਿਹਦੇ ਤੇ ਕੇਸ ਪਾਇਆ ਕੀ ਉਹ ਤੇ ਕੀ ਇਨਕੁਆਇਰੀ ਹੋਈ 2 ਸਾਲ ਇਹਨਾਂ ਨੇ ਇਹ ਗੱਲਾਂ ਕਿਉਂ ਨਹੀਂ ਕੀਤੀਆਂ। ਉਸ ਸਮੇਂ ਦੀ ਸਰਕਾਰ ਨੇ ਉਸ ਵੇਲੇ ਦੇ ਗ੍ਰਹਿ ਮੰਤਰੀ ਨੇ ਉਸ ਵੇਲੇ ਦੇ ਮੁੱਖ ਮੰਤਰੀ ਨੇ ਇਹਨਾਂ ਚੀਜ਼ਾਂ ਦਾ ਨੋਟਿਸ ਕਿਉਂ ਨਹੀਂ ਲਿਆ ਕਿਉਂ ਇਸ ਗੱਲ ਨੂੰ 2 ਸਾਲ ਦਬਾਈ ਰੱਖਿਆ। ਇਹ ਇਕੱਲੇ ਸ਼ੰਕੇ ਨਹੀਂ ਖੜੇ ਕਰਦਾ ਇਹ ਸਪਸ਼ਟ ਤੌਰ ਤੇ ਕਰਦਾ ਹੈ ਕਿ ਉਹੋ ਜਿਹੇ DGP ਲਾਏ ਹੋਏ ਸੀਗੇ ਉਹੋ ਜਿਹੇ ਉਮਰਾ ਨੰਗਲ ਸਾਹਿਬ ਜਿਹੜੇ IG ਸੀਗੇ ਉਸ ਵੇਲੇ ਉੱਥੇ ਸਪੈਸ਼ਲੀ ਆਪਰੇਸ਼ਨ ਪਲਾਨ ਕੀਤਾ ਪਲਾਂਟ ਕੀਤੀਆਂ ਚੀਜ਼ਾਂ ਸਾਜ਼ਿਸ਼ ਦੇ ਤਹਿਤ ਕੋਟਕਪੂਰਾ ਵੀ ਤੇ ਬਹਿਬਲ ਕਲਾਂ ਵੀ ਗੋਲੀ ਚਲਾਈ ਗਈ ਹੈ। ਇਹ ਮੈਨੇਜ ਸ਼ੋ ਆ ਉਸ ਵੇਲੇ ਦੀ ਸਰਕਾਰ ਉਸ ਵੇਲੇ ਦੀ ਪੁਲਿਸ ਹੀ ਜਵਾਬ ਦੇ ਹੈ ਇਹਦੇ ਲਈ ਸੰਗਤ ਨਹੀਂ ਜਵਾਬ ਦੇ। ਸੰਗਤ ਤਾਂ ਇੱਕ ਜਸਟਿਸ ਮੰਗਦੀ ਹੈ ਸੰਗਤ ਤੇ ਤੁਸੀਂ ਕਹੀ ਜਾਂਦੇ ਹੋ ਸੰਗਤ ਦੇ ਵਿੱਚੋਂ ਕਿਸੇ ਨੇ ਗੋਲੀ ਚਲਾਤੀ ਜੇ ਇਧਰੋਂ ਵੀ ਗੋਲੀ ਚੱਲੀ ਹੈ ਤਾਂ ਕਿਹੜਾ ਵਿਅਕਤੀ ਸੀ ਪੁਲਿਸ ਦਾ। ਪੁਲਿਸ 2 ਚੀਜ਼ਾਂ ਤੇ ਚੱਲਦੀ ਹੈ ਇੱਕ ਮੁਖਬਰ ਜਿਹੜੇ ਆ ਉਹ ਪੁਲਿਸ ਦਾ ਇੱਕ ਬਹੁਤ ਵੱਡਾ ਇੰਪੋਰਟੈਂਟ ਹਿੱਸਾ ਆ। ਨੰਬਰ 2 ਤੇ ਜਦੋਂ ਪੰਜਾਬ ਦੇ ਵਿੱਚ ਖਾੜਕੂਵਾਦ ਦਾ ਦੌਰ ਸੀਗਾ ਉਦੋਂ ਕੈਟਸ ਵੀ ਪਿਕਚਰ 'ਚ ਆ ਗਏ ਔਰ ਕੈਟਸ ਨੂੰ ਯੂਜ਼ ਕਰਨ ਦੇ ਜਿਹੜੇ ਪੂਰੇ ਮਾਹਰ ਨੇ ਸਾਬਕਾ DGP ਜੋ ਬਾਦਲ ਸਾਹਿਬ ਦੇ ਚਹੇਤੇ ਸੀਗੇ ਜਿਨ੍ਹਾਂ ਨੇ ਪੰਜਾਬ 'ਚ ਖੁੱਲਾ ਕਤਲੇਆਮ ਕੀਤਾ। ਇਸੇ ਤਰ੍ਹਾਂ IG ਉਮਰਾ ਨੰਗਲ ਵੀ
ਆਪਣੀਆਂ ਸਾਰੀਆਂ ਗੱਲਾਂ ਬਾਤਾਂ ਲਈ ਸੀਗੇ, ਹੋਰ ਵੀ ਮੁਕੱਦਮੇ ਚੱਲਦੇ ਆ, ਹੁਣ ਵੀ ਵੱਖ-ਵੱਖ ਮੁਕੱਦਮਿਆਂ 'ਚ ਫਸੇ ਹੋਏ ਆ। ਸੋ ਉਹਨਾਂ ਦਾ ਮੈਨੇਜਡ ਸ਼ੋ ਸੀਗਾ। ਠੀਕ ਹੈ, ਚਲੋ ਬਹੁਤ ਸੀਰੀਅਸ ਐਲੀਗੇਸ਼ਨਸ ਨੇ, ਤੁਹਾਡਾ ਇਹ ਵੀ ਵੈਲਿਡ ਪੁਆਇੰਟ ਹੈ। ਅਕਾਲੀ ਦਲ ਦੇ ਮੈਂਬਰ ਆਪਣਾ ਸਪੋਕਸਪਰਸਨ ਵੱਲੋਂ ਇੱਥੇ ਦੁਨੀਆ ਦੇਖ ਰਹੀ ਹੈ, ਇਹੀ ਸਾਬਤ ਕਰਦਾ ਕਿ ਕਿੰਨੇ ਖੁਸ਼ ਨੇ। ਨਹੀਂ, ਤੁਹਾਡਾ ਇਹ ਵੀ ਵੈਲਿਡ ਪੁਆਇੰਟ ਹੈ ਸੰਘੇੜਾ ਸਾਹਿਬ, ਇਸ ਕੋਈ ਦੋ ਰਾਏ ਨਹੀਂ ਹੈ, ਵੈਲਿਡ ਪੁਆਇੰਟ ਹੈ ਕਿ ਜੇਕਰ ਗੋਲੀ ਦੂਜੇ ਪਾਸੇ ਤੋਂ ਵੀ ਚੱਲੀ ਹੈ ਤਾਂ ਉਹ ਪ੍ਰਦਰਸ਼ਨਕਾਰੀ ਨਹੀਂ ਚਲਾਈ ਹੈ, ਇਹ ਵੀ ਅਜੇ ਸਾਫ਼ ਨਹੀਂ ਹੋਇਆ। ਰਮਾਣਾ ਜੀ ਪਲੀਜ਼ ਥੋੜਾ ਜਿਹਾ ਵੇਟ ਕਰੋ, ਮੈਂ ਇੱਕ ਵਾਰੀ ਪੰਥਪ੍ਰੀਤ ਜੀ ਦਾ ਰੁਖ ਕਰ ਲਵਾਂ, ਉਹ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਪੰਥਪ੍ਰੀਤ ਜੀ, ਇੱਕ ਸਵਾਲ ਇਹ ਹੈ ਕਿ 2 SLR ਖੋਈਆਂ ਗਈਆਂ ਉੱਥੇ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਦੇ ਵੱਲੋਂ ਖੋਈਆਂ ਗਈਆਂ, ਕੁਝ CCTV ਫੁਟੇਜ ਵੀ ਸਾਹਮਣੇ ਆਈਆਂ ਨੇ ਔਰ ਦਾਅਵਾ ਕੀਤਾ ਜਾ ਰਿਹਾ ਕਿ ਉਸ ਦੇ ਵਿੱਚ ਕੋਈ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਇੱਕ SLR ਲੈ ਕੇ ਭੱਜਦਾ ਹੋਇਆ ਇੱਕ ਸ਼ਖਸ ਨਜ਼ਰ ਆ ਰਿਹਾ ਹੈ। ਤਾਂ ਸਵਾਲ ਉੱਠਦੇ ਨੇ ਕਿ ਪ੍ਰਦਰਸ਼ਨਕਾਰੀ ਉੱਥੇ ਪ੍ਰਦਰਸ਼ਨ ਸ਼ਾਂਤਮਈ ਕਰ ਰਹੇ ਸੀ ਜਾਂ ਫਿਰ SLR ਖੋਣ ਦੇ ਲਈ ਕਰ ਰਹੇ ਸੀ? ਉਹ ਵੀ ਕਲੀਅਰ ਨਹੀਂ ਹੈ ਗੌਰਵ ਜੀ, SLR ਆ ਕਿ ਹੋਰ ਕੋਈ ਇੰਸਟਰੂਮੈਂਟ। ਬਿਲਕੁਲ ਤੁਹਾਡਾ ਵੈਲਿਡ ਪੁਆਇੰਟ ਹੈ ਪੰਥਪ੍ਰੀਤ। ਦੇਖੋ, ਉਸ ਵੇਲੇ ਸੰਗਤਾਂ ਸਭ ਨੂੰ ਪਤਾ, ਮੈਂ ਦੁਬਾਰਾ ਰਿਪੀਟ ਕਰ ਦਿੰਦਾ, ਨਿਤਨੇਮ ਦਾ ਪਾਠ ਕਰ ਰਹੀਆਂ ਸੀ ਸੰਗਤਾਂ ਜੀ। ਗਿਆਨੀ ਕੇਵਲ ਸਿੰਘ ਜੀ ਪਾਠ ਕਰ ਰਹੇ ਸੀ ਉਸ ਵੇਲੇ ਜੀ। ਪਾਠ ਕਰਦੀ ਸੰਗਤ ਦੇ ਉੱਤੇ ਸਾਰਾ ਇਹ ਪਾਣੀ ਦੀਆਂ ਵਿਛਾੜਾਂ, ਲਾਠੀ ਚਾਰਜ, ਸਾਰਾ ਕੁਝ, ਜੋ ਕੁਝ ਅਥਰੂ ਗੈਸ ਦੇ ਗੋਲੇ, ਜੋ ਕੁਝ ਸਾਰਾ ਕੁਝ ਜ਼ੁਲਮ ਹੋਇਆ, ਇਹ ਸਾਰਾ ਕੁਝ ਸਾਹਮਣੇ ਆ ਸਾਰਿਆਂ ਦੇ। ਔਰ ਬਿਲਕੁਲ ਉੱਥੇ ਸੁਬਾਹ ਦਾ ਕਹਿ ਲਓ ਵੀ ਅੰਮ੍ਰਿਤ ਵੇਲੇ ਦਾ ਸਮਾਂ ਤੇ ਨਿਤਨੇਮ ਬਾਣੀ ਦਾ ਪਾਠ ਹੋ ਰਿਹਾ ਸੀ। ਕਿੰਨੀਆਂ ਸ਼ਾਂਤਮਈ ਸੰਗਤਾਂ ਬੈਠੀਆਂ ਸੀ ਉੱਥੇ ਗੁਰੂ ਦੇ ਪਿਆਰੇ ਕੋਈ ਗੋਲੀਆਂ ਚਲਾਉਣ ਨਹੀਂ ਗਏ ਸੀ, ਕੁਛ ਨਹੀਂ। ਤਾਂ ਗੁਰੂ ਗ੍ਰੰਥ ਸਾਹਿਬ ਜੋ ਕਿ ਚੈਲੰਜ ਕਰਕੇ ਮਤਲਬ ਬੇਅਦਬੀ ਹੋਈ, ਪਹਿਲਾਂ ਚੈਲੰਜ ਹੋਇਆ ਸੀ। ਨਹੀਂ ਪੰਥਪ੍ਰੀਤ ਜੀ, ਦੇਖੋ ਤਸਵੀਰਾਂ ਦੇ ਵਿੱਚ, CCTV ਤਸਵੀਰਾਂ ਦੇ ਵਿੱਚ ਪੱਥਰਬਾਜ਼ੀ ਤਾਂ ਸਾਫ਼ ਤੌਰ ਤੇ ਹੁੰਦੀ ਹੋਈ ਨਜ਼ਰ ਆ ਰਹੀ ਹੈ। ਹਾਂਜੀ, ਪੱਥਰਬਾਜ਼ੀ ਉੱਥੇ ਪ੍ਰਦਰਸ਼ਨਕਾਰੀ ਕਰ ਰਹੇ ਨੇ, ਉਹ CCTV ਵਿੱਚ ਸਾਫ਼ ਨਜ਼ਰ ਆ ਰਿਹਾ। ਦੇਖੋ, ਕਹਿਣ ਦਾ ਵਾ ਪੂਰੀ ਵੀਡੀਓਗ੍ਰਾਫੀ ਆਪਣਾ ਸਿੱਟ ਕੋਲੇ ਹੈ, ਪਹਿਲਾਂ ਕਮਿਸ਼ਨ ਨੂੰ ਦਿੱਤੀਆਂ ਨੇ। ਉਹ ਤਾਂ ਕਹਿੰਦਾ ਜਦੋਂ ਇਹਨਾਂ ਸੰਗਤਾਂ ਨੂੰ ਭੜਕਾ ਦਿੱਤਾ, ਇਹ ਕਰ ਦਿੱਤਾ, ਸਾਰਾ ਕੁਝ ਜ਼ਿੰਮੇਵਾਰੀ ਇਹਨਾਂ ਦੀ ਹੈ। ਸੰਗਤਾਂ ਦੇ ਗਿੱਟੇ ਭੰਨ ਦਿੱਤੇ, ਸੰਗਤਾਂ ਦੇ ਮਾਰ ਕੇ ਲਾਠੀਆਂ, ਸੰਗਤ ਦਾ ਨਾ ਕੋਈ ਵੈਰ ਸੀਗਾ ਸੰਗਤ ਦੇ ਨਾਲ, ਜੇ ਸਿਰਫ ਖਦੇੜ ਤੱਕ ਦਾ ਮਤਲਬ ਸੀ। ਕਿੱਦਾਂ ਲਾਸ਼ਾਂ ਪੈ ਗਈਆਂ, ਕਿੱਦਾਂ ਪਰਚਾ ਦਰਜ ਨਹੀਂ ਹੋਣ ਦਿੱਤਾ, ਕਿੱਦਾਂ ਸੰਗਤਾਂ ਦੇ ਬੁਰੇ ਹਾਲ ਉੱਥੇ ਸੰਗਤਾਂ ਦੇ ਕੀਤੇ, ਸਭ ਨੂੰ ਸਾਰਾ ਕੁਝ ਸਾਹਮਣੇ ਆ, ਪਤਾ। ਤੇ ਮੈਂ ਉੱਥੇ ਖੁਦ ਮਤਲਬ ਉੱਥੇ ਚੌਂਕ ਦੇ ਵਿੱਚ ਉੱਥੇ ਮੇਰੀ ਗ੍ਰਿਫਤਾਰੀ ਹੋਈ ਸੀ, ਉੱਥੇ ਮੇਰਾ ਰਿਮਾਂਡ ਲੈ ਲਿਆ ਸੀ। ਰਿਮਾਂਡ ਦੇ ਦੌਰਾਨ ਮੇਰੇ ਤੋਂ ਕੀ ਮਿਲਿਆ, ਕੀ ਪੁੱਛ ਗਿੱਛ ਹੋਈ, ਕੀ ਹੋਇਆ, ਸਾਰਾ ਕੁਝ ਕਿੱਥੇ ਸੀ ਉਹ ਸਾਰਾ ਕੁਝ। ਔਰ ਮੈਂ ਦੱਸ ਦੇਵਾਂ, ਉੱਥੋਂ ਮੇਰੀ ਉੱਥੇ ਹੀ ਗ੍ਰਿਫਤਾਰੀ ਹੋ ਕੇ ਪੁਲਿਸ ਰਿਮਾਂਡ ਲੈ ਗਿਆ ਸੀ ਮੇਰਾ। ਕਹਿੰਦੇ CBI ਨੂੰ ਕੇਸ ਦੇ ਦਿੱਤਾ ਸੀਗਾ, CBI ਨੇ ਵੀ ਪੁੱਛਗਿੱਛ ਕੀਤੀ ਹੋਣੀ ਹੈ। ਈਵਨ ਗੌਰਵ ਜੀ, ਮੈਂ ਆ ਰਿਹਾ ਸਰ, ਆ ਰਿਹਾ ਥੋੜੇ ਬੇਨਤੀ, ਰਮਾਣਾ ਸਾਹਿਬ ਉਹਦਾ ਵੀ ਜਵਾਬ ਦੇ ਦੇਣ ਨਾਲ। ਮੈਂ ਪਲੀਜ਼ ਇੱਕ ਵਾਰੀ ਪੰਥਪ੍ਰੀਤ ਜੀ ਨੂੰ ਕੰਪਲੀਟ ਕਰ ਲੈਣ ਦਿਓ, ਮੈਂ ਇੱਕ ਕਰਕੇ ਸਾਰਿਆਂ ਕੋਲ ਆ ਰਿਹਾ। ਪੰਥਪ੍ਰੀਤ ਜੀ। ਹਾਂਜੀ, ਮੈਂ ਕਿਹਾ ਸੀ ਵੀ ਉੱਥੋਂ ਹੀ ਮੈਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਜੀ, ਪੁਲਿਸ ਰਿਮਾਂਡ ਲਿਆ ਗਿਆ ਸੀ, ਸਾਰਾ ਕੁਝ। ਏਦਾਂ ਦਾ ਕੁਝ ਵੀ ਨਹੀਂ ਸੋਚੋ ਵੀ ਕਿਸੇ ਸੰਗਤ ਨੇ ਕੋਈ ਇਹ ਖੋਲਿਆ, ਸੰਗਤ ਨੇ ਕਰਤਾ। ਇਹ ਸਾਰਾ ਹੁਣ ਬਾਅਦ ਵਿੱਚ ਝੂਠੀਆਂ ਕਹਾਣੀਆਂ ਘੜੀਆਂ ਜਾ ਰਹੀਆਂ, ਵਾਰੀ ਸਾਡਾ ਤਾਂ ਬਿਆਨ ਇਹੀ ਹੈ। ਠੀਕ ਹੈ, ਮੈਂ ਰਿਕੁਐਸਟ ਕਰ ਰਿਹਾ ਸਾਰੇ ਮਹਿਮਾਨਾਂ ਨੂੰ, ਪਲੀਜ਼ ਇੱਕ ਕਰਕੇ ਹੀ ਆਪਣੀ ਗੱਲ ਰੱਖਦੇ ਰਹਿਣਾ। ਬੰਟੀ ਰਮਾਣਾ ਜੀ, ਦੇਖੋ ਦੋ ਗੱਲਾਂ ਜੀ, ਮੈਂ ਇੱਕ ਐਡ ਕਰ ਦਵਾਂ, ਤੁਸੀਂ ਉਸ ਦੇ ਉੱਪਰ ਵੀ ਜਵਾਬ ਦੇ ਦਿਓ ਕਿ ਜੇ ਗੋਲੀ ਸੱਜੇ ਪਾਸੇ ਤੋਂ ਚੱਲੀ ਹੈ ਜਾਂ ਖੱਬੇ ਪਾਸੇ ਤੋਂ ਚੱਲੀ ਹੈ। ਸਾਫ਼ ਇਹ ਵੀ ਨਹੀਂ ਹੋਇਆ ਹੁਣ ਤੱਕ ਕਿ ਜੇ ਸੱਜੇ ਪਾਸੇ ਤੋਂ ਵੀ ਚੱਲੀ ਹੈ ਤਾਂ ਉਹ ਫਿਰ ਕਿਸੇ ਪੁਲਿਸ ਵਾਲੇ ਨੇ ਨਹੀਂ ਚਲਾਈ ਜਾਂ ਫਿਰ ਕਿਸੇ ਪ੍ਰਦਰਸ਼ਨਕਾਰੀ ਨੇ ਚਲਾਈ ਹੈ। ਸੰਘੇੜਾ ਸਾਹਿਬ ਕਹਿੰਦੇ ਕੈਟਸ ਕੰਮ ਕਰਦੇ ਨੇ, ਮੁਖਬਰ ਕੰਮ ਕਰਦੇ ਨੇ। ਇਨਫੈਕਟ ਸਿਵਲ ਦੇ ਵਿੱਚ ਵੀ ਪੁਲਿਸ ਹੁੰਦੀ ਹੈ, ਸਿਵਲ ਦੇ ਵਿੱਚ ਹੁਣ ਰਿਵਾਲਵਰ ਜਾਂ ਕੋਈ ਹਥਿਆਰ ਹੁੰਦਾ ਨਹੀਂ ਹੁੰਦਾ, ਉਹ ਬਾਅਦ ਦੀ ਗੱਲ ਹੈ, ਜਾਂਚ ਦਾ ਵਿਸ਼ਾ ਹੈ। ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਇੱਕ ਗੱਲ ਆਖੀ ਕਿ ਮੈਂ ਇੱਥੇ ਪੁਲਿਸ ਨੂੰ ਡਿਫੈਂਡ ਕਰਨ ਨਹੀਂ ਆਇਆ ਜੀ, ਠੀਕ ਹੈ ਜੀ। ਮੈਂ ਜੋ ਤੱਥ ਅੱਜ ਪਬਲਿਕ ਦੇ ਸਾਹਮਣੇ ਆਏ ਹੈ, ਮੈਂ ਉਹ ਤੱਥਾਂ ਤੇ ਤੁਸੀਂ ਇੱਕ ਬਹਿਸ ਰੱਖੀ, ਉਹ ਤੱਥ ਲੋਕਾਂ ਦੇ ਸਾਹਮਣੇ ਆਉਣ, ਉਹਨੂੰ ਐਕਸਪਲੇਨ ਕਰ ਸਕੀਏ, ਲੋਕਾਂ ਨੂੰ ਸੱਚ ਸਾਹਮਣੇ ਆਵੇ। ਠੀਕ ਹੈ। ਪੰਥਪ੍ਰੀਤ ਜੀ ਨੂੰ ਤੁਸੀਂ ਮੇਰੇ ਤੋਂ ਪਹਿਲਾਂ ਪੁੱਛ ਰਹੇ ਸੀ, ਪੰਥਪ੍ਰੀਤ ਜੀ ਖੁਦ ਗਏ ਸੀ CBI ਦੀ ਇਨਕੁਆਇਰੀ ਮੰਗਣ, ਠੀਕ ਹੈ, ਵੀ ਸਾਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀਂ, ਪੰਜਾਬ ਸਰਕਾਰ ਤੇ ਭਰੋਸਾ ਨਹੀਂ, ਤੇ CBI ਨੂੰ ਇਨਕੁਆਇਰੀ ਦਿੱਤੀ ਜਾਵੇ। ਸਭ ਨੇ ਮੰਗ ਕੀਤੀ ਸੀ, ਇਸ ਕਰਕੇ CBI ਕੋਲੇ ਇਨਕੁਆਇਰੀਆਂ ਗਈਆਂ ਕੇਸਾਂ ਦੀਆਂ। ਮੇਰਾ ਇੱਕੋ ਸਵਾਲ ਸਤਿਕਾਰ ਨਾਲ ਮੈਂ ਪੰਥਪ੍ਰੀਤ ਜੀ ਨੂੰ ਪੁੱਛਣਾ ਚਾਹੂੰ, ਸੰਘੇੜਾ ਸਾਹਿਬ ਦੇ ਸਵਾਲ ਤੇ ਤੋਂ ਬਾਅਦ ਆਉਣਾ ਹੈ। ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ ਕਿ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬੜੀਆਂ ਦੁਖਦਾਈ ਘਟਨਾਵਾਂ, ਬੜੀਆਂ ਬੇਅਦਬੀਆਂ ਹੋਈਆਂ, ਪੰਥਪ੍ਰੀਤ ਜੀ ਕਿੱਥੇ ਸੀ? ਕਿਸੇ ਹੋਰ ਬੇਅਦਬੀ ਵਾਲੇ ਇਸ਼ੂ ਤੇ ਇਹਨਾਂ ਦੇ ਦਰਸ਼ਨ ਕਿਉਂ ਨਹੀਂ ਹੋਏ ਉੱਥੇ ਅਜੇ ਤੱਕ? ਦੂਜੀ ਗੱਲ, ਸੰਘੇੜਾ ਸਾਹਿਬ ਨੇ, ਮੈਂ ਇਹ ਚਲੋ ਥੋੜਾ ਗਰਮ ਹੋ ਗਏ ਮੇਰੇ ਨਾਲ, ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ। ਸੰਘੇੜਾ ਸਾਹਿਬ ਨੇ ਕਿਹਾ ਵੀ ਇਹ ਕਿਤੇ ਨਹੀਂ ਕਲੀਅਰ ਕਿ ਇਹ SLR ਹੈ ਕਿ ਨਹੀਂ SLR।
ਇਹ SIT ਨੇ ਚਲਾਨ ਦੇ ਵਿੱਚ ਮੈਂਸ਼ਨ ਕੀਤਾ ਹੈ ਬੜਾ ਕਲੀਅਰਲੀ ਜੀ ਕਿ 2 SLRਾਂ ਫਲਾਂ ਪੁਲਿਸ ਵਾਲਿਆਂ ਤੋਂ ਰਸ਼ਪਾਲ ਸਿੰਘ ਹੈੱਡ ਕਾਂਸਟੇਬਲ ਕੁਲਵਿੰਦਰ ਸਿੰਘ ਤੋਂ ਇਸ ਵਕਤ ਖੋਈਆਂ ਗਈਆਂ। ਇਹ SLRਾਂ ਲੈ ਕੇ ਬੰਦੇ ਭੱਜ ਕੇ ਦੂਸਰੀ ਤਰਫ ਗਏ। ਮੈਂ ਫੇਰ ਤੁਹਾਡੀ ਵਾਲੀ ਗੱਲ ਕਹਾਂ, ਮੈਂ ਇੱਥੇ ਪੁਲਿਸ ਨੂੰ ਡਿਫੈਂਡ ਕਰਨ ਨਹੀਂ ਆਇਆ, ਪਰ ਜੇ ਇਹ ਕਹਿੰਦੇ ਕਿ SLRਾਂ ਖੋਈਆਂ ਨਹੀਂ, ਗਲਤ ਲਿਖਤਾ LK ਯਾਦਵ ਨੇ, ਫਿਰ ਤਾਂ LK ਯਾਦਵ ਦੀ ਸਾਰੀ ਇਨਵੈਸਟੀਗੇਸ਼ਨ ਹੀ ਅੰਡਰ ਕਲਾਊਡ ਆਪਾਂ ਲੈ ਆਉਣੇ। ਫਿਰ ਤਾਂ ਬਾਲ ਸਾਹਿਬ ਨੂੰ ਉਹਨਾਂ ਨੇ ਮੈਂਸ਼ਨ ਕੀਤਾ ਵਿੱਚ, ਫਿਰ ਉਸ ਗੱਲ ਤੇ ਵੀ ਅਸੀਂ ਕਿੰਤੂ ਪਰੰਤੂ ਕਰੀਏ। ਮੇਰਾ ਇੱਕ ਹੋਰ ਛੋਟਾ ਜਿਹਾ ਸਵਾਲ ਹੈ, ਲੋਕਾਂ ਦਾ ਵੀ ਹੋਇਆ ਜੀ SLR ਮੈਂ ਤੁਹਾਡੇ ਕੋਲ ਆ ਰਿਹਾ, SLR ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਪਰ ਕੀ ਗੋਲੀ SLR ਤੋਂ ਹੀ ਚੱਲੀ ਜਿਹੜੀ ਅਜੀਤ ਸਿੰਘ ਨੂੰ ਵੱਜੀ ਹੈ? ਉਹਦੇ ਚ ਜੀ ਮੈਂ ਮੈਂਸ਼ਨ ਦੱਸ ਦਿੰਦਾ ਤੁਹਾਨੂੰ, ਟੈਕਨੀਕਲੀ ਦੱਸ ਦਿਆਂ। ਗੋਲੀ ਚੱਲੀ ਹੈ 7.62 mm ਦਾ ਕਾਰਟ੍ਰਿਜ ਹੈ, ਠੀਕ ਹੈ, ਉਹ SLR ਦੇ ਵਿੱਚ ਪੈਂਦਾ। ਸਰਕਾਰੀ ਅਸਲੇ 'ਚ ਹੀ ਹੁੰਦਾ ਉਹ 7.62 mm। ਜੇ SLRs ਦੇ ਵਿੱਚ ਪੈਂਦਾ, ਜਿਹੜੀ ਇਹ ਗੱਲ ਕਰ ਰਹੇ ਸੀ ਕਿ ਜਦੋਂ SLRਾਂ ਜਾਂ ਕੋਈ ਸਰਕਾਰੀ ਅਸਲਾ ਖੋਇਆ ਜਾਵੇ ਉਹ ਬੜੀ ਵੱਡੀ ਗੱਲ ਬਣ ਜਾਂਦੀ, ਉਹਦੀ ਰਿਕਵਰੀ ਹੁੰਦੀ ਹੈ। ਮੈਂ ਇਹਨਾਂ ਦੀ ਜਾਣਕਾਰੀ ਵਾਸਤੇ ਦੱਸ ਦਿਆਂ, ਉਸੇ ਦਿਨ ਸ਼ਾਮ ਨੂੰ ਦੋਨੋਂ SLRਾਂ ਰਿਕਵਰ ਹੁੰਦੀਆਂ ਤੇ ਉਹਨਾਂ ਦੇ ਵਿੱਚ ਜਿਹੜੇ ਕਾਰਟ੍ਰਿਜਸ ਸੀ ਉਹ ਕਾਰਟ੍ਰਿਜਸ ਘੱਟ ਸੀ। ਇਹ SIT ਦੀ ਰਿਪੋਰਟ ਦੇ ਵਿੱਚੋਂ ਹੀ ਕੋਟ ਕਰ ਰਿਹਾ। ਮੈਂ ਫੇਰ ਦੱਸ ਦਿਆਂ ਕਿ ਮੈਂ ਆਪਦੇ ਕੋਲ ਕੁਝ ਨਹੀਂ ਕਹਿ ਰਿਹਾ। ਇੱਕ ਹੋਰ ਪੁਆਇੰਟ ਰੱਖ ਰਿਹਾ ਸਰ, ਜਿਹੜੀਆਂ 2 ਚੋਰੀ ਹੋਈਆਂ ਜਾਂ 2 ਖੋਈਆਂ ਗਈਆਂ ਉਸ ਦੇ ਵਿੱਚ ਕਾਰਟ੍ਰਿਜ ਘੱਟ ਸੀ, ਜਿਹੜੀਆਂ ਬਾਕੀ ਪੁਲਿਸ ਮੁਲਾਜ਼ਮ ਲੈ ਕੇ ਘੁੰਮ ਰਹੇ ਸੀਗੇ ਉਹਨਾਂ ਦੇ ਵਿੱਚ ਵੀ ਘੱਟ ਸੀ ਕਿ ਨਹੀਂ ਸੀ? ਸੁਭਾਵਕ ਹੈ, ਉੱਥੇ ਵੀ ਹੋਇਆ ਨਾ। ਫਿਰ ਹੁਣ ਗੱਲ ਇਹ ਹੈ ਕਿ ਚੋਰੀ ਵਾਲੀ ਜਿਹੜੀ ਖੋਈ ਗਈ ਹੈ ਉੱਥੋਂ ਗੋਲੀ ਚੱਲੀ ਹੈ ਜਾਂ ਹੋਰ ਪੁਲਿਸ ਵਾਲਿਆਂ ਨੇ ਚਲਾਈ ਹੈ? ਕਲੀਅਰ ਨਹੀਂ। ਇੱਕੋ ਗੱਲ, ਸੌਰੀ ਜੀ, ਲਾਸਟ ਗੱਲ ਰੱਖਦੇ ਹਾਂ, ਫਿਰ ਤੁਸੀਂ ਉਸ ਤੋਂ ਬਾਅਦ ਆ ਜਿਓ ਜੀ। ਜਿਹੜੀ ਪੁਲਿਸ ਫੋਰਸ ਹੈ ਨਾ ਜੀ, ਉਹ ਤੁਸੀਂ ਅਜੀਤ ਸਿੰਘ ਦੀ, ਮੈਂ ਕੱਲ ਹੀ ਇੰਟਰਵਿਊ ਦੇਖ ਰਿਹਾ ਸੀ ਸਾਡੇ ਵੀਰ ਦੀ, ਜਿਹੜੀ ਪੁਲਿਸ ਫੋਰਸ ਹੈ ਜਿਹਦੇ ਚ ਤੁਹਾਡੇ ਕੋਲ ਇੱਕ ਹੋਰ ਵੀਡੀਓ ਮੈਂ ਦੇਖੀ ਹੈ ਜਿਹਦੇ ਚ ਪੁਲਿਸ ਫਾਇਰ ਕਰ ਰਹੀ ਹੈ ਜੀ। ਪੁਲਿਸ ਫੋਰਸ ਸਾਹਮਣੇ ਖੜੀ ਹੈ, ਠੀਕ ਹੈ, ਉਹਦੇ ਖੱਬੇ ਪੱਟ ਵੱਲ ਇਹ ਫਾਇਰ ਵੱਜਦਾ, ਉਹਦੇ ਸੱਜੇ ਪੱਟ ਚ ਪਿਛਲੇ ਪਾਸੇ ਪੁਲਿਸ ਨਹੀਂ ਹੈ। ਪੁਲਿਸ ਸਾਰੀ ਸਾਹਮਣੇ ਹੈ। ਤੁਸੀਂ ਦੂਸਰਾ CCTV ਕੱਢ ਲਓ, ਦਿਖਾ ਦਿਓ ਲੋਕਾਂ ਨੂੰ ਨਾ ਸਾਰਾ ਸਾਹਮਣੇ। ਚਲੋ ਮੈਂ ਸੰਘੇੜਾ ਸਾਹਿਬ ਦਾ ਰੁਕ ਕਰਾਂ। ਸੰਘੇੜਾ ਦੇਖੋ ਗੌਰਵ ਜੀ, ਮੈਂ ਤਾਂ ਸਪਸ਼ਟ ਤੌਰ ਤੇ ਕਹਿਣਾ ਆ ਕਿ ਉਸ ਵੇਲੇ ਮੁੱਖ ਮੰਤਰੀ ਸਾਹਿਬ ਸੀਗੇ, ਡਿਪਟੀ ਮੁੱਖ ਮੰਤਰੀ ਸਾਹਿਬ ਸੀਗੇ, ਮੈਂ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਨਹੀਂ ਲੈ ਰਿਹਾ ਇਸ ਵੇਲੇ, ਮੈਂ ਇਹ ਕਹਿ ਰਿਹਾ ਵੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਔਰ ਇਹ ਜਿਹੜੀ SLR ਗਾਇਬ ਹੋਈ, ਫਿਰ ਉਹ ਥੋੜੇ ਘੰਟਿਆਂ ਬਾਅਦ ਮਿਲ ਵੀ ਗਈ ਜੀ। ਔਰ ਉਸ ਤੋਂ ਬਾਅਦ ਜਿਹੜਾ ਬਹਿਬਲ ਕਲਾਂ 'ਚ ਕਤਲੇਆਮ ਹੋਇਆ, ਉੱਥੇ 2 ਫੱਟੜ ਮੁੰਡੇ, ਟੀਨੇਜਰ ਸਿੱਖ ਮੁੰਡੇ, ਉਹਨਾਂ ਤੇ ਹੀ ਕੇਸ ਪਾਤਾ ਕਿ ਬੇਅਦਬੀਆਂ ਲਈ ਇਹ ਜ਼ਿੰਮੇਵਾਰ ਨੇ। ਜਦੋਂ ਸੰਗਤ ਨੇ ਠੋਕ ਕੇ ਵਿਰੋਧ ਕੀਤਾ, ਇੱਕ ਟੈਂਪੂ ਬਣ ਗਿਆ, ਸਾਰਾ ਐਕਸਪੋਜ਼ ਹੋਣ ਲੱਗ ਗਈ ਪੰਥਕ ਸਰਕਾਰ, ਤਾਂ ਉਸ ਤੋਂ ਬਾਅਦ ਉਹਨਾਂ ਮੁੰਡਿਆਂ ਨੂੰ ਕਲੀਨ ਚਿੱਟ ਦੇ ਕੇ ਛੱਡ ਵੀ ਦਿੱਤਾ ਰਾਤੋਂ ਰਾਤ। ਪਹਿਲਾਂ ਰਾਤੋਂ ਰਾਤ ਹੀ ਫੜ ਕੇ ਉਹਨਾਂ ਤੇ ਕੇਸ ਪਾਤਾ। ਉਹ ਫੱਟੜ ਹੋਏ ਸੀ ਉਸ ਗੋਲੀकांड 'ਚ, ਦੋਨੇ ਹੀ ਮੁੰਡੇ, ਬਾਅਦ ਛੱਡਿਆ ਇਹਨਾਂ ਨੇ। ਸੋ ਇਹ ਸਾਰਾ ਕੁਝ ਸਾਜ਼ਿਸ਼ ਅਧੀਨ ਹੋਇਆ। ਔਰ ਉਸ ਤੋਂ ਬਾਅਦ ਇਹਨੂੰ ਸਮੇਟਣ ਲਈ 2 ਸਾਲ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਅੱਗੇ ਇਹ ਕਿੰਨੀ ਕੁ ਸਰਕਾਰ ਨੇ ਦੂਜਿਆਂ ਦੀਆਂ ਮੰਗਾਂ ਮੰਨੀਆਂ ਆ, ਵਿਰੋਧੀ ਪਾਰਟੀਆਂ ਦੀਆਂ ਜਾਂ ਕਿਸ ਤਰ੍ਹਾਂ, ਉੱਪਰ ਇਹਨਾਂ ਦੀ ਸਰਕਾਰ ਸੀਗੀ, ਉਹਨਾਂ ਨੇ ਨਹੀਂ ਕੁਝ ਕੀਤਾ, ਉਹ ਵੱਖਰੀ ਗੱਲ ਹੈ। ਹਰ ਇੱਕ ਪਬਲਿਕ ਤਾਂ ਡਿਮਾਂਡ ਕਰਦੀ ਹੈ ਨਾ ਜਸਟਿਸ ਹੋਵੇ, ਪਰ ਉਸ ਵੇਲੇ ਫਿਰ ਸਬੂਤ ਨਸ਼ਟ ਕੀਤੇ ਗਏ। ਉਹ ਜਿਹੜੀ ਜੀਪ ਸੀ ਜਾਂ ਜਿਪਸੀ ਸੀਗੀ, ਉਹਦੇ ਤੇ ਗੋਲੀਆਂ ਮਾਰੀਆਂ ਗਈਆਂ। ਉਹਨਾਂ ਸਾਰੀਆਂ ਦੇ ਵਿੱਚ ਦੇਖੋ ਓਵਰਆਲ ਇਹ ਸਾਰਾ ਕੁਝ, ਉਹ ਬੰਦਿਆਂ ਦੀ ਛਵੀ ਜਿਹੜੇ ਲੀਡ ਕਰ ਰਹੇ ਸੀ। ਮੈਂ ਲੱਗ ਰਿਹਾ ਕਿ ਸੰਘੇੜਾ ਸਾਹਿਬ, ਲੱਗ ਰਿਹਾ ਕਿ LK ਯਾਦਵ ਦੀ SIT ਬਿਲਕੁਲ ਸਹੀ ਡਾਇਰੈਕਸ਼ਨ ਦੇ ਵਿੱਚ ਜਾਂਚ ਕਰ ਰਹੀ ਹੈ। ਦੇਖੋ, ਇਟ ਵਿਲ ਬੀ ਵੈਰੀ ਮਚ ਪ੍ਰੀਮੈਚੁਰ ਔਰ ਐਟ ਦਾ ਸੇਮ ਟਾਈਮ ਜਦੋਂ ਕੋਈ ਅਕਾਲੀ ਦਲ ਉਸ ਰਿਪੋਰਟ ਨੂੰ ਬਿਹਾਫ ਬਣਾ ਕੇ ਕਹਿ ਰਿਹਾ ਕਿ ਨਹੀਂ, ਇਹ ਪੁਲਿਸ ਨੇ ਗੋਲੀ ਨਹੀਂ ਚਲਾਈ। ਦੇਖੋ, ਮੈਂ ਇਸ ਗੱਲ ਨੂੰ ਟਵਿਸਟ ਨਹੀਂ ਕਰਨਾ ਚਾਹੁੰਦਾ, ਕਿਉਂਕਿ ਜਿਹੜੀ SIT ਕੰਮ ਕਰ ਰਹੀ ਆ ਜਾਂ ਜੋ ਵੀ ਆ, ਇਹਦੀ ਹਾਈ ਕੋਰਟ ਨਿਗਰਾਨੀ ਕਰ ਰਹੀ ਆ। ਮੈਂ ਤਾਂ ਜੋ ਚੀਜ਼ਾਂ ਸਾਹਮਣੇ ਆਈਆਂ ਉਹਦੇ ਬਾਰੇ ਆਪਣੀ ਪਾਰਟੀ ਦਾ ਸਟੈਂਡ ਦੱਸ ਰਿਹਾ ਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਉਸ ਵੇਲੇ ਦੀ ਸਰਕਾਰ ਜਿਹੜੀ ਆ ਉਹਨੂੰ ਕੋਈ ਰਾਹਤ ਨਹੀਂ ਮਿਲਦੀ। ਹੁਣ ਵੀ ਤੁਸੀਂ ਦੇਖ ਲਓ, ਬੰਟੀ ਰਮਾਣਾ ਸਾਹਿਬ ਕਿੱਦਾਂ ਪੁਲਿਸ ਨੂੰ ਡਿਫੈਂਡ ਕਰ ਰਹੇ ਆ, ਔਰ ਕਲੀਅਰ ਕੱਟ ਹੀ ਕਹਿ ਰਹੇ ਨੇ ਸੰਗਤ ਵੱਲੋਂ ਗੋਲੀ ਚੱਲੀ ਆ। ਬਲਟੋਹਾ ਸਾਹਿਬ ਵੀ ਬੜੇ ਖੁਸ਼ ਸੀਗੇ, ਦਿਨੇ ਮੈਂ ਦੇਖ ਰਿਹਾ ਸੀ, ਉਹਨਾਂ ਦੇ ਚਿਹਰੇ ਤੇ ਲਾਲੀ ਸੀਗੀ ਵੀ ਸੰਗਤ ਐਕਸਪੋਜ਼ ਹੋ ਗਈ। ਮੈਨੂੰ ਤਾਂ ਸਮਝ ਨਹੀਂ ਆਉਂਦੀ ਸੰਘੇੜਾ ਸਾਹਿਬ, ਆਪਣੇ ਗੱਲਬਾਤ ਕਰਦੇ ਮੋੜ ਤੋਂ ਪਤਾ ਲੱਗ ਹੀ ਜਾਂਦਾ। ਮੈਂ ਵੀ ਬੋਲਣਾ, ਇਹਨਾਂ ਦੇ ਚਿਹਰੇ ਦਾ ਰੰਗ ਮੈਂ ਵੀ ਦੱਸ ਦਿਆਂ। ਜੀ ਵੇਟ ਕਰ ਰਹੇ ਨੇ, ਪਲੀਜ਼ ਸੁਖਦੇਵ ਜੀ ਵੇਟ ਕਰ ਰਹੇ ਨੇ ਬਹੁਤ ਦੇਰ ਦੇ। ਸਾਨੂੰ ਤਾਂ ਦੁੱਖ ਹੁੰਦਾ ਆ, ਹਾਂਜੀ, ਔਰ ਠੀਕ ਹੈ ਸੰਘੇੜਾ ਸਾਹਿਬ, ਉਹ ਵੈਲਿਡ ਪੁਆਇੰਟ ਆ ਤੁਹਾਡਾ, ਬਹੁਤ ਮੰਦਭਾਗੀਆਂ ਘਟਨਾਵਾਂ। ਠੀਕ ਹੈ, ਚਲੋ ਮੈਂ ਇੱਕ ਰਿਐਕਸ਼ਨ ਦੇ ਲਈ ਆਉਂਗਾ, ਸਮਾਂ ਬਹੁਤ ਘੱਟ ਹੈ, ਪਲੀਜ਼ ਥੋੜੇ ਜੀ ਮੈਂ ਇੱਕ ਵਾਰੀ ਸੁਖਦੇਵ ਜੀ ਦਾ ਰੁਖ ਕਰ ਲਵਾਂ। ਸੁਖਦੇਵ ਜੀ, ਇਸ ਜਾਂਚ ਨੂੰ ਤੁਸੀਂ ਕਿਸ ਐਂਗਲ ਦੇ ਨਾਲ ਹੁਣ ਦੇਖ ਰਹੇ ਹੋ ਕਿ ਵਾਕਈ ਸਹੀ ਡਾਇਰੈਕਸ਼ਨ ਦੇ ਵਿੱਚ ਅੱਗੇ ਵਧ ਰਹੀ ਹੈ? ਕਿਉਂਕਿ ਉਸ ਜਾਂਚ ਦੇ ਵਿੱਚ ਜਿਹੜੇ ਤੱਥ ਨੇ
ਜਾਂ ਉਹਨਾਂ ਦੀਆਂ ਰਿਪੋਰਟਸ ਉਹਨਾਂ ਦੇ ਵਿੱਚ ਲਿਖਿਆ ਗਿਆ SLR ਖੋਣ ਦਾ ਜ਼ਿਕਰ, ਉਸ ਨੂੰ ਹੀ ਅਕਾਲੀ ਦਲ ਇਸ ਸਮੇਂ ਉਸ ਦੇ ਬਿਹਾਫ ਦੇ ਉੱਤੇ ਹੀ ਗੱਲ ਕਰ ਰਿਹਾ ਹੈ? ਨਹੀਂ, ਉਹਦੇ ਬਿਹਾਫ ਤੇ ਗੌਰਵ ਜੀ ਆਪਾਂ ਗੱਲ ਕਿਵੇਂ ਕਰ ਸਕਦੇ ਹਾਂ? ਮੇਰਾ ਤਾਂ ਪਹਿਲੇ ਸਵਾਲ ਉੱਥੇ ਦੀ ਉੱਥੇ ਖੜਿਆ, ਜਦੋਂ ਸਰਦਾਰ ਜੋਰਾ ਸਿੰਘ ਨੇ ਪੁੱਛਿਆ ਵੀ ਕਿੰਨੇ ਫਾਇਰ ਹੋਏ, ਕਿੰਨੇ ਖੋਲ ਬਣੇ, ਕਿੰਨੇ ਉਹ ਹੈ, ਜਦੋਂ ਸਾਡੇ ਇੱਥੇ ਸਾਰੇ ਇਹ ਦੱਸ ਰਹੇ ਨੇ ਵੀ ਉਹਨਾਂ ਦਾ ਹਿਸਾਬ ਹੁੰਦਾ ਪੁਲਿਸ ਕੋਲੇ, ਤਾਂ ਫਿਰ ਦਿੱਤਾ ਕਿਉਂ ਨਹੀਂ ਸਰਦਾਰ ਜੋਰਾ ਸਿੰਘ ਨੂੰ? ਅਪਾਇੰਟ ਤਾਂ ਉਸ ਸਮੇਂ ਦੀ ਸਰਕਾਰ ਨੇ ਕੀਤਾ ਸੀ ਨਾ, ਪਿੱਛੋਂ ਬਾਹਰੋਂ ਤਾਂ ਆਇਆ ਨਹੀਂ ਸੀ। ਫਿਰ ਅਗਲੀ ਗੱਲ, ਆਪਾਂ ਬਾਰ-ਬਾਰ ਇਹ ਗੱਲ ਕਹਿ ਰਹੇ ਵੀ CBI ਕੋਲੇ ਚਲਿਆ ਗਿਆ, ਸ਼ਾਇਦ ਇਹ ਗੱਲ ਨੂੰ ਆਪਾਂ ਕਿਉਂ ਲੁਕੋ ਰਹੇ ਹਾਂ? CBI ਤੋਂ ਪਹਿਲਾਂ ਇੱਕ ਸੋਹਤਾ ਸਾਹਿਬ ਦੀ SIT ਬਣੀ, ਜਿਹਨੇ ਕਿ ਉਹਨੇ ਵੀ ਆਪਣੀ ਰਿਪੋਰਟ ਦਿੱਤੀ। ਇਹਨਾਂ ਦੱਸ ਦਿਓ, ਉਹ ਸੋਹਤਾ ਸਾਹਿਬ ਦੀ SIT ਨੇ ਵੀ ਇੱਕ ਆਪਣੀ ਰਿਪੋਰਟ ਦਿੱਤੀ, ਔਰ ਉਹ ਰਿਪੋਰਟ ਦਾ ਬਾਅਦ ਚ ਕੀ ਬਣਿਆ ਸਾਰਿਆਂ ਨੂੰ ਪਤਾ। ਉਹੀ ਮੁੰਡੇ ਇਨਵੋਲਵ ਕਰ ਲਏ ਸੀਗੇ ਬਹਿਬਲ ਵਾਲੇ, ਜਿਹੜੇ ਕੀ ਵਿਚਾਰਿਆਂ ਦੇ ਗੋਲੀਆਂ ਵੱਜੀਆਂ ਸੀ। ਇਸ ਕਰਕੇ ਅੱਜ ਜੋ ਗੌਰਵ ਜੀ ਮਸਲੇ ਗੱਲ ਉੱਥੇ ਖੜੀ ਹੈ ਵੀ ਅਸੀਂ ਜੋ ਮਰਜ਼ੀ ਕਹੀ ਜਾਈਏ, ਪਰ ਸਾਡੇ ਮੇਨ ਸਵਾਲ ਤਾਂ ਉਹੀ ਖੜੇ ਨੇ ਨਾ ਵੀ ਉਹਨਾਂ ਸਮਿਆਂ ਦੇ ਵਿੱਚ ਫਿਰ ਪੁਲਿਸ ਨੇ ਇਹ ਫੁਟੇਜ ਕਿਉਂ ਨਹੀਂ ਮੂਰੇ ਲਿਆਂਦੀ? ਕਿਉਂ ਕਿਹਾ ਵੀ ਡਿਸਟਰੋਏ ਹੋਗੀ? ਇਹ ਮੈਂ ਨਹੀਂ ਕਹਿ ਰਿਹਾ, ਪੁਲਿਸ ਨੇ ਆਪਣੇ ਰਿਕਾਰਡ 'ਚ ਕਿਹਾ ਵੀ ਡਿਸਟਰੋਏ ਹੋਗੀ, ਫਿਰ ਪੁਲਿਸ ਨੇ ਹਿਸਾਬ ਨਹੀਂ ਦਿੱਤਾ। ਔਰ ਇਹ ਹਿਸਾਬ ਕਿਉਂ ਨਹੀਂ ਦਿੱਤਾ? ਔਰ ਇਹ ਹੁਣ ਗੱਲਾਂ ਕਿਉਂ ਸਾਹਮਣੇ ਆ ਰਹੀਆਂ ਨੇ? ਮੈਂ ਤਾਂ ਦੇਖੋ ਗੱਲ ਇੱਕ ਹੈ, ਮੇਰੇ ਜਿਹੜੇ ਪੁਆਇੰਟ ਨੇ ਇਹ ਖੜੇ ਨੇ ਉੱਥੇ ਦੇ ਉੱਥੇ ਹੀ ਖੜੇ ਨੇ। ਅੱਜ ਗੌਰਵ ਜੀ ਚਾਹੀਦਾ ਤਾਂ ਇਹ ਹੈ, ਚਾਹੇ ਉਹ ਹੁਣ ਦੀ ਸਰਕਾਰ ਹੈ, ਉਹਨੂੰ ਵੀ ਇਸ ਗੱਲ ਪੜਤਾਲ ਪਹਿਲਾਂ ਤਾਂ ਇਹ ਕਰੇ ਨਾ ਵੀ ਹੁਣ ਕਿਵੇਂ ਯਾਦਵ ਸਾਹਿਬ ਕੋਲੇ ਆ ਗਈ ਇਹ। ਯਾਦਵ ਸਾਹਿਬ ਵੀ ਇਸ ਗੱਲ ਤੇ ਚੁੱਪ ਨੇ। ਯਾਦਵ ਸਾਹਿਬ ਨੂੰ ਵੀ ਦੱਸਣਾ ਚਾਹੀਦਾ ਹੁਣ ਦੇ ਜਿਹੜੇ SIT ਵਾਲਿਆਂ ਨੂੰ ਵੀ ਹੁਣ ਫੁਟੇਜ ਕਿੱਥੋਂ ਆਈ, ਪਹਿਲਾਂ ਕਿਉਂ ਨਹੀਂ ਸੀਗੀ, ਪਹਿਲਾਂ ਕਿਉਂ ਡਿਸਟਰੋਏ ਕੀਤੀ ਗਈ ਆ? ਇਸ ਕਰਕੇ ਸਵਾਲ ਹੁਣ ਦੀ ਸਰਕਾਰ ਤੇ ਵੀ ਖੜਾ ਹੈ ਕਿ ਇਹ ਜਿਹੜੀ ਫੁਟੇਜ ਆ ਕਿੱਥੋਂ ਆਈ ਹੈ। ਠੀਕ ਹੈ, ਚਲੋ ਮੇਰੇ ਕੋਲ ਸਮਾਂ ਬਹੁਤ ਘੱਟ